ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰ ਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਰਾਮਦਾਸ ਗੁਣ ਗਾਵੋ ਸ਼੍ਰੀ ਅਰਜੁਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ ਹਰ ਗੋਬਿੰਦ ਸਭ ਸਮਤ ਕਰ ਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਿਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਘਰ ਉਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਸ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਤ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਜ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਰਹਿਮਤਾਂ ਦੇ ਸਾਗਰ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸ ਰਹੇ ਗੁਰੂ ਰੂਪ ਗੁਰੂ ਖਾਲਸਾ ਸੰਤ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਲੜੀਵਾਰ ਗੁਰ ਇਤਿਹਾਸ ਸ਼੍ਰਵਣ ਕਰ ਰਹੇ ਹੋ। ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ ਪਾਈਏ ਆਗਿਆ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦਾ ਜੀਵਨ ਕੌਤਕਾਂ ਦੀ ਕਥਾ ਵਿਚਾਰ ਸ਼੍ਰਵਣ ਕਰ ਰਹੇ ਹਾਂ। ਜਿਸ ਸਮੇਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲੇ ਮਰਦਾਨੇ ਤਾਈ ਵਿਰਾਹ ਅਵਤਾਰ ਦਾ ਪ੍ਰਸੰਗ ਸੁਣਾ ਕਰਕੇ ਹਟਦੇ ਨੇ ਤੇ ਭਾਈ ਮਰਦਾਨਾ ਜੀ ਬੇਨਤੀ ਕਰਦੇ ਨੇ ਮਹਾਰਾਜ ਅਸਮਾਨ ਦੇ ਵਿੱਚ ਕੋਈ ਤਾਰਾ ਨਜ਼ਰ ਨਹੀਂ ਆਉਂਦਾ ਪਰ ਚਾਨਣ ਫਿਰ ਵੀ ਬਹੁਤ ਹੈ। ਦੱਸਣਾ ਕਰੋ ਅਸੀਂ ਤਾਰਿਆਂ ਨੂੰ ਕਿਸ ਦਿਸ਼ਾ ਵੱਲ ਛੱਡ ਆਏ ਹਾਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਜੇਕਰ ਤਾਰਿਆਂ ਨੂੰ ਵੇਖਣਾ ਹੈ ਤੇ ਤਾਰੇ ਸਾਡੇ ਤੋਂ ਨੀਵੇਂ ਨੇ ਨੀਚੇ ਵੇਖਣਾ ਪਵੇਗਾ ਤੇ ਜਿਹੜਾ ਇੰਨਾ ਚਾਨਣ ਹੈ ਇੱਕੋ ਤਾਰਾ ਸਭ ਤੋਂ ਉੱਪਰ
ਜੀਵਨ ਅੰਦਰ ਬਹੁਤਾ ਜਪ ਤਪ ਕੀਤਾ ਹੈ, ਐਸੀ ਅਚਲ ਪਦਵੀ ਇਸ ਭਗਤ ਧਰੂ ਨੇ ਪਾਈ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਮੇਰੇ ਮਨ ਦੀ ਇੱਛਾ ਹੈ ਕਿ ਭਗਤ ਧਰੂ ਜੀਆਂ ਦਾ ਜੋ ਜੀਵਨ ਕਥਾ ਹੈ ਉਸ ਨੂੰ ਸ਼੍ਰਵਣ ਕਰ ਲਵਾਂ। ਆਪ ਜੀ ਕਿਰਪਾ ਕਰਕੇ ਮੈਨੂੰ ਭਗਤ ਧਰੂ ਜੀਆਂ ਬਾਰੇ ਦੱਸੋ ਅਤੇ ਨਾਲੇ ਜਾ ਕਰਕੇ ਇਹਨਾਂ ਦੇ ਦਰਸ਼ਨ ਕਰੀਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਭਾਈ ਮਰਦਾਨਾ ਜੀ, ਜੇਕਰ ਮਨ ਦੇ ਵਿੱਚ ਆਪ ਜੀਆਂ ਦੇ ਇੱਛਾ ਹੈ ਭਗਤ ਧਰੂ ਜੀਆਂ ਦਾ ਪ੍ਰਸੰਗ ਸੁਣਨ ਦੀ, ਤੇ ਬੜੇ ਉਤਸ਼ਾਹ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਸ਼ਰਵਣ ਕਰੋ। ਇੱਕ ਸਮੇਂ ਪੁਰਾਤਨ ਸਮੇਂ ਦੇ ਵਿੱਚ ਇੱਕ ਰਾਜਾ ਹੋਇਆ ਹੈ ਜਿਸ ਦਾ ਨਾਮ ਹੈ ਮਨਰਾਜ। ਮਨਰਾਜੂ ਨਾਮ ਦਾ ਰਾਜਾ, ਉਸਦੇ ਅੱਗੇ ਦੋ ਪੁੱਤਰ ਨੇ, ਇੱਕ ਪਤਵ੍ਰਤ ਹੈ ਔਰ ਇੱਕ ਉਤਾਨਪਾਦ ਹੈ। ਉਤਾਨਪਾਦ ਦੀਆਂ ਦੋ ਘਰ ਵਾਲੀਆਂ ਨੇ। ਇੱਕ ਘਰ ਵਾਲੀ ਨਾਲ ਤਾਂ ਉਸਦਾ ਬਹੁਤਾ ਪ੍ਰੇਮ ਹੈ ਔਰ ਇੱਕ ਘਰ ਵਾਲੀ ਨਾਲ ਰਤੀ ਭਰ ਵੀ ਪ੍ਰੇਮ ਨਹੀਂ। ਜਿਸ ਘਰ ਵਾਲੀ ਨਾਲ ਪ੍ਰੇਮ ਹੈ ਉਸਦਾ ਨਾਮ ਸੁਰੁਚੀ ਹੈ ਅਤੇ ਜਿਸ ਦੇ ਨਾਲ ਰਤੀ ਭਰ ਵੀ ਪ੍ਰੇਮ ਨਹੀਂ ਉਸਦਾ ਨਾਮ ਸੁਨੀਤਾ ਹੈ। ਸੁਨੀਤਾ ਦੀ ਕੁੱਖੋਂ ਭਗਤ ਧਰੂ ਜੀਆਂ ਦਾ ਜਨਮ ਹੋਇਆ। ਇੱਕ ਦਿਨ ਬਾਲਕਾਂ ਦੇ ਨਾਲ ਖੇਡਦੇ ਖੇਡਦੇ ਭਗਤ ਧਰੂ ਜੀ ਮਹਿਲਾਂ ਦੇ ਅੰਦਰ ਗਏ ਨੇ। ਪਿਤਾ ਨੂੰ ਤਖਤ ਤੇ ਬੈਠਿਆਂ ਵੇਖਿਆ ਹੈ ਤੇ ਦੌੜ ਕੇ ਜਾ ਕੇ ਗੋਦੀ ਵਿੱਚ ਬਰਾਜ ਗਏ। ਬੜੇ ਪ੍ਰੇਮ ਦੇ ਨਾਲ, ਬੜੇ ਚਾਅ ਦੇ ਨਾਲ ਪਿਤਾ ਦੀ ਗੋਦੀ ਦਾ ਆਨੰਦ ਮਾਣਦਾ ਹੈ ਭਗਤ ਧਰੂ। ਇੰਨੇ ਕੁ ਸਮੇਂ ਨੂੰ ਮਤਰੇਈ ਮਾਂ ਆ ਕਰਕੇ ਵੇਖਦੀ ਹੈ ਕਿ ਮੇਰੀ ਸੌਂਕਣ ਦਾ ਪੁੱਤਰ ਹੈ, ਮੇਰੀ ਪਤੀ ਦੀ ਗੋਦ ਵਿੱਚ ਬੈਠਾ ਹੈ, ਕਿਤੇ ਰਾਜ ਭਾਗ ਦਾ ਮਾਲਕ ਨਾ ਬਣ ਜਾਵੇ। ਬਾਹੋਂ ਫੜ ਕੇ ਪਿਤਾ ਦੀ ਗੋਦੀ ਦੇ ਵਿੱਚੋਂ ਭਗਤ ਧਰੂ ਨੂੰ ਉਠਾਉਂਦੀ ਹੈ। ਮੁੱਖ ਦੇ ਉੱਪਰ ਚਪੇੜ ਮਾਰ ਕੇ ਬੜੇ ਕਠੋਰ ਬੋਲ ਬੋਲਦੀ ਹੈ ਕਿ ਜੇਕਰ ਪਿਤਾ ਦੀ ਗੋਦ ਦਾ ਆਨੰਦ ਅਤੇ ਰਾਜ ਭਾਗ ਦਾ ਆਨੰਦ ਮਾਣਨਾ ਹੈ ਨਾ, ਤੇ ਧਰੂ ਤੂੰ ਜਿਸ ਪੇਟੋਂ ਪੈਦਾ ਹੋਇਆ ਹੈ ਉੱਥੋਂ ਪੈਦਾ ਨਹੀਂ ਹੋਣਾ ਸੀ। ਤੂੰ ਮੇਰੇ ਪੇਟੋਂ ਜਨਮ ਲੈਣਾ ਸੀ, ਫਿਰ ਇਹ ਸੁੱਖ ਤੈਨੂੰ ਮਿਲਣੇ ਸਨ। ਝਿੜ ਗਿਆ ਮਤਰੇਈ ਨੇ। ਭਗਤ ਧਰੂ ਰੋਂਦਾ ਹੋਇਆ ਆਪਣੀ ਮਾਂ ਦੇ ਕੋਲ ਕੁਰਲੀ ਦੇ ਵਿੱਚ ਆਇਆ ਹੈ। ਆ ਕਰਕੇ ਮਾਂ ਤਾਈਂ ਸਵਾਲ ਕੀਤਾ ਹੈ ਕਿ ਮਾਂ, ਤੂੰ ਕਹਿੰਦੀ ਆ ਮੈਂ ਇੱਕ ਰਾਜੇ ਦੀ ਪੁੱਤਰੀ ਹਾਂ ਔਰ ਰਾਜੇ ਨਾਲ ਵਿਆਹੀ ਹਾਂ, ਪਰ ਮੈਨੂੰ ਦੱਸਣਾ ਕਰਕੇ ਫਿਰ ਜੀਵਨ ਅਸੀਂ ਕਿਉਂ ਗਰੀਬਾਂ ਵਾਲਾ ਬਤੀਤ ਕਰ ਰਹੇ ਹਾਂ। ਤੇ ਬੁੱਕਲ ਦੇ ਵਿੱਚ ਲਿਆ ਹੈ ਭਗਤ ਧਰੂ ਦੀ ਮਾਤਾ ਨੇ ਦੱਸਣਾ ਕੀਤਾ ਹੈ ਕਿ ਪੁੱਤਰ, ਜੀਵਨ ਅੰਦਰ ਕੋਈ ਕਿਸੇ ਨੂੰ ਦੁੱਖ ਔਰ ਸੁੱਖ ਨਹੀਂ ਦਿੰਦਾ। ਇਹ ਜਿਹੜੇ ਦੁੱਖ ਹਨ ਸੁੱਖ ਹਨ ਇਹ ਕਰਮਾਂ ਦਾ ਫਲ ਹੈ। ਇਹ ਸੱਚ ਹੈ ਕਿ ਮੈਂ ਗੋਲੀ ਨਹੀਂ, ਮੈਂ ਜਨਮਾਂ ਜਨਮਾਂਤਰਾਂ ਦੀ ਜੱਦੀ ਪੁਸ਼ਤੀ ਪਟਰਾਣੀ ਹਾਂ। ਪਰ ਭੁੱਲ ਮੈਥੋਂ ਇਹ ਹੋਈ ਹੈ ਕਿ ਪਰਮੇਸ਼ਰ ਨੇ ਮੈਨੂੰ ਸੁੱਖ ਤਾਂ ਬੜੇ ਬਖਸ਼ੇ ਸਨ, ਰਾਜੇ ਕਰ ਜਨਮ ਰਾਜੇ ਨਾਲ ਵਿਆਹੀ, ਪਰ ਜੀਵਨ ਅੰਦਰ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ, ਨਾਮ ਨਹੀਂ ਜਪਿਆ। ਜੋ ਮੈਨੂੰ ਫਲ ਭੁਗਤਣਾ ਪੈ ਰਿਹਾ ਹੈ ਤੇ ਜੋ ਤੇਰੀ ਮਤਰੇਈ ਮਾਂ ਨੇ ਤੈਨੂੰ ਦੱਸਿਆ ਹੈ ਨਾ ਕਿ ਤੂੰ ਮੇਰੀ ਕੁੱਖੋਂ ਜਨਮ ਲੈਣਾ ਸੀ, ਜੇਕਰ ਰਾਜ ਭਾਗ ਭੋਗਣਾ ਸੀ ਤੇ ਉਹ ਸੱਚ ਹੀ ਕਹਿੰਦੀ ਹੈ। ਮੈਂ ਬੜੇ ਮਾੜੇ ਕਰਮਾਂ ਵਾਲੀ ਹਾਂ। ਹੁਣ ਜੇਕਰ ਤੂੰ ਰਾਜ ਭਾਗ ਭੋਗਣਾ ਹੈ, ਰਾਜਾ ਬਣ ਕੇ ਜੀਵਨ ਬਤੀਤ ਕਰਨਾ ਹੈ ਤੇ ਤਪੋਂ ਰਾਜ ਮਿਲਦਾ ਹੈ, ਭਗਤੀ ਕਰਨੀ ਪਵੇਗੀ, ਫਿਰ ਰਾਜ ਭਾਗ ਦੀ ਪ੍ਰਾਪਤੀ ਹੋਵੇਗੀ। ਇਹ ਸਿੱਖਿਆ ਧਰੂ ਦੀ ਮਾਤਾ ਧਰੂ ਨੂੰ ਦੇ ਰਹੀ ਹੈ। ਇੱਥੋਂ ਤੱਕ ਕੱਲ ਦੀਆਂ ਕਥਾ ਵਿਚਾਰਾਂ ਆਈਆਂ ਸਨ। ਆਓ ਜਿਸ ਪ੍ਰਕਾਰ ਆਉਣ ਵਾਲਾ ਗੁਰ ਇਤਿਹਾਸ ਹੈ ਮਨ ਚਿੱਤ ਬਿਰਤੀਆਂ ਇਕਾਗਰ ਕਰੀਏ, ਪੂਰਨ ਸ਼ਰਧਾ ਭਾਵਨਾ ਦੇ ਨਾਲ ਗੁਰ ਇਤਿਹਾਸ ਸ਼ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਸਿੰਘਾਸਨ ਕੀਜੇ
ਰਾਖੇ। ਧਰੁਵ ਦੀ ਮਾਤਾ ਭਗਤ ਧਰੁਵਾ ਜੀ ਭਗਤ ਧਰੁਵ ਜੀ ਨੂੰ ਦੱਸਦੀ ਹੈ ਕਿ ਪੁੱਤਰ ਜੀ, ਜੇ ਤੇਰੇ ਮਨ ਦੇ ਵਿੱਚ ਇੱਛਾ ਹੈ ਕਿ ਰਾਜ ਭਾਗ ਭੋਗਣਾ ਹੈ, ਸਿੰਘਾਸਨ ਉੱਪਰ ਬੈਠਣਾ ਹੈ, ਭਜੋ ਪ੍ਰਭੂ ਮਨ ਕੋ ਫਿਰ ਰਾਖੇ। ਤੇ ਮਨ ਨੂੰ ਟਿਕਾ ਕਰਕੇ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੋ ਜੀ। ਜਾਸ ਚਰਨ ਕੀ ਸੇਵਨ ਕਰਕੇ। ਕਿਉਂਕਿ ਜਿਸ ਪਰਮੇਸ਼ਰ ਦਾ ਸਿਮਰਨ ਕਰਕੇ ਲਿਓ ਬ੍ਰਹਮ ਪਦ ਵੇਦ ਵਿਦ ਧਰ ਕੇ। ਬ੍ਰਹਮਾ ਜੀਆਂ ਨੇ ਵੀ ਬ੍ਰਹਮ ਪਦਵੀ ਹਾਸਲ ਕੀਤੀ ਹੈ, ਪਦਵੀ ਪਾਈ ਹੈ। ਤੋਰ ਵਿਦਾਨਾ ਭਾਵਨ ਰਾਜੂ। ਹੇ ਪੁੱਤਰ ਧਰੁਵ ਜੀ, ਜੋ ਤੇਰਾ ਦਾਦਾ ਸੀ ਰਾਜਾ ਮਨ ਰਾਜੂ, ਕੀਨ ਅੰਤਮਕ ਪੂਰ ਸਮਾਜੂ। ਉਸਨੇ ਵੀ ਆਪਣੇ ਜੀਵਨ ਅੰਦਰ ਘੋਰ ਤਪੱਸਿਆ ਕੀਤੀ ਹੈ, ਬੜੇ ਜਗ ਕੀਤੇ ਨੇ, ਬੜੀ ਪੂਜਾ ਕੀਤੀ ਹੈ। ਹਰ ਕੋ ਸਿਮਰਨ ਕਰ ਸੁਖ ਪਾਵਾ। ਤੇ ਉਸਨੇ ਪਰਮੇਸ਼ਰ ਦਾ ਸਿਮਰਨ ਕਰਕੇ ਜੀਵਨ ਅੰਦਰ ਬਹੁਤਾ ਸੁਖ ਪਾਇਆ ਸੀ। ਪੁੰਨ ਪ੍ਰਭ ਪਦਮ ਹੈ ਅੰਤ ਸਮਾਵਾ। ਤੇ ਜਦੋਂ ਉਹਦਾ ਅੰਤਲਾ ਸਮਾਂ ਆਇਆ, ਉਦੋਂ ਵੀ ਪਰਮੇਸ਼ਰ ਦੇ ਚਰਨਾਂ ਵਿੱਚ ਜਾ ਬਿਰਾਜਿਆ ਸੀ। ਤਾਂਤੇ ਹੀ ਸੁਤ ਮਾਨ ਕਰਮ ਬਚਨਾ। ਇਸ ਲਈ ਮੇਰੇ ਪੁੱਤਰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਜਾਲੋ ਸਰਨ ਜਾ ਕੀ ਸਭ ਰਚਨਾ। ਜਿਸ ਪਰਮੇਸ਼ਰ ਦੀ ਇਹ ਸਾਰੀ ਰਚਨਾ ਸੰਸਾਰ ਹੈ, ਉਹਦਾ ਸਿਮਰਨ ਕਰੋ। ਖੋਜਤ ਮਨ ਜਨ ਜੋਗੀ ਜਾਸੂ। ਜਿਸ ਪਰਮੇਸ਼ਰ ਨੂੰ ਮੁਨੀ ਰਿਸ਼ੀ ਆਦਿਕ ਸਿਮਰਦੇ ਨੇ, ਸਿਮਰਹੁ ਦੇਹੇ ਪੈ ਪਹੁ ਫਲ ਆਸੂ। ਉਸ ਪਰਮੇਸ਼ਰ ਦਾ ਤੂੰ ਵੀ ਸਿਮਰਨ ਕਰ, ਫੇਰ ਤੈਨੂੰ ਐਸਾ ਰਾਜ ਵਰਗਾ ਫਲ ਪ੍ਰਾਪਤ ਹੋਵੇਗਾ। ਸੁਨਿਓ ਮਾਤ ਉਪਦੇਸ਼ ਵਿਸਾਲਾ। ਜਦੋਂ ਭਗਤ ਧਰੁਵ ਜੀਆਂ ਨੇ ਆਪਣੀ ਮਾਤਾ ਦਾ ਉਪਦੇਸ਼ ਸਿੱਖਿਆ ਸੁਣੀ ਹੈ, ਹਿਰਦੈ ਧੀਰ ਧਰੀ ਤਹਿ ਕਾਲਾ। ਤੇ ਹਿਰਦੇ ਅੰਦਰ ਭਾਰੀ ਧੀਰਜ ਧਰੀ ਹੈ। ਪੂਰਨ ਤ੍ਰਣ ਸਮਾ ਪੁਰ ਕੋ ਤਿਆਗੀ। ਤੇ ਜਿਵੇਂ ਕੋਈ ਮਨੁੱਖ ਕੱਖ ਨੂੰ ਤਿਆਗ ਦਿੰਦਾ ਹੈ ਨਾ, ਇਸ ਪ੍ਰਕਾਰ ਪਰਿਵਾਰ ਦਾ, ਮਾਂ ਦਾ ਮੋਹ ਔਰ ਆਪਣਾ ਨਗਰ ਤਿਆਗ ਦਿੱਤਾ ਹੈ। ਮਾਤ ਬਨ ਕੋ ਗਮਨਿਓ ਵਿੜ ਭਾਗੀ। ਤੇ ਜੰਗਲ ਦੇ ਵਿੱਚ ਵੱਡਿਆਂ ਭਾਗਾਂ ਵਾਲਾ ਭਗਤ ਧਰੁਵ ਜੀਆਂ ਨੇ ਜਾਣਾ ਕੀਤਾ ਹੈ। ਨਾਦ ਸੁਨ ਕਰ ਸਭ ਬਿਰਤੰਤਾ। ਤੇ ਜਦੋਂ ਇਸ ਪ੍ਰਕਾਰ ਨਾਰਦ ਮੁਨੀ ਨੇ ਇਹ ਗੱਲ ਆਸੇ-ਪਾਸੇ ਦੇ ਇਲਾਕੇ ਵਿੱਚੋਂ ਲੋਕਾਂ ਕੋਲੋਂ ਸੁਣੀ ਹੈ, ਮਿਲਿਓ ਆਨਮਕ ਮਾਹੇ ਤੁਰੰਤਾ। ਕਿ 5 ਸਾਲਾਂ ਦਾ ਬਾਲਕ ਬੱਚਾ ਹੈ, ਮਤਰੇਈ ਨੇ ਝਿੜਕਿਆ, ਗੁੱਸਾ ਖਾ ਕੇ ਜੰਗਲਾਂ ਦੇ ਵਿੱਚ ਗਿਆ ਹੈ। ਇਹ ਸੁਣ ਕਰਕੇ ਨਾਰਦ ਮੁਨੀ ਭਗਤ ਧਰੁਵ ਜੀਆਂ ਨੂੰ ਰਸਤੇ ਵਿੱਚ ਮਿਲਦੇ ਨੇ। ਧਰੁਵ ਮਨ ਕੀ ਲਖ ਕਰ ਵਿਖਰਾਈ। ਇਸ ਪ੍ਰਕਾਰ ਭਗਤ ਧਰੁਵ ਜੀਆਂ ਦਾ ਸਿਰ ਪਲੋਸਿਆ ਹੈ, ਬਹੁਤਾ ਪਿਆਰ ਦਿੱਤਾ ਹੈ। ਸਿਰ ਪ੍ਰਕਾਰ ਪਾਸਿਓ ਵਿਦਲਾਈ। ਇਸ ਪ੍ਰਕਾਰ ਜਿਹੜਾ ਰਿਸ਼ੀਆਂ ਮੁਨੀਆਂ ਦਾ ਰਾਜਾ ਨਾਰਦ ਮੁਨੀ ਹੈ, ਉਹ ਰਸਤੇ ਵਿੱਚ ਆ ਕੇ ਮਿਲਿਆ ਹੈ ਔਰ ਭਗਤ ਧਰੁਵ ਜੀਆਂ ਦਾ ਸਿਰ ਪਲੋਸਿਆ ਹੈ। ਬਾਲ ਆਰਮਲ ਮ੍ਰਿਦੁਲ ਵਿਸਾਲਾ। ਕਿ ਇਹ ਬਾਲਕ ਤੇਰੀ ਉਮਰ ਬੜੀ ਛੋਟੀ ਹੈ ਔਰ ਤੇਰਾ ਸੁਭਾਅ ਬੜਾ ਕੋਮਲ ਹੈ। ਸੁਣ ਵਿਮਾਤ ਬਚ ਭਾਵ ਸਾਲਾ। ਤੇ ਮਤਰੇਈ ਦੇ ਬੋਲ ਤੇਰਾ ਸੀਨਾ ਚੀਰ ਗਏ ਨੇ। ਬਿਗਸਤ ਖਾਨੀ ਮਤ ਬਦਨ ਬਖਾਨੀ। ਤੇ ਨਾਰਦ ਮੁਨੀ ਇਸ ਪ੍ਰਕਾਰ ਹੱਸ ਕੇ ਬੋਲਿਆ ਹੈ ਕਿ ਵੇ ਪੁੱਤਰ ਧਰੁਵ, ਤੇਰੀ ਹਜੇ ਉਮਰ ਮਾਨ ਔਰ ਅਪਮਾਨ ਬਾਰੇ ਸੋਚਣ ਦੀ ਨਹੀਂ। ਕੌਣ ਤੇਰਾ ਸਤਿਕਾਰ ਕਰਦਾ ਹੈ, ਕੌਣ ਤੇਰਾ ਨਿਰੰਦਰ ਕਰਦਾ ਹੈ, ਬੱਚੇ ਏਦਾਂ ਨਹੀਂ ਸੋਚਦੇ। ਹਾਲੇ ਤਾਂ ਤੇਰੀ ਉਮਰ ਖਾਣ ਪੀਣ ਦੀ, ਖੇਡਣ ਕੁੱਦਣ ਦੀ ਹੈ। ਤੇ ਬੱਚਿਆਂ ਦੇ ਸੁਭਾਅ ਤੋਂ ਤੂੰ ਉਲਟ ਸੁਭਾਅ ਕਿਉਂ ਧਾਰਨ ਕੀਤਾ ਹੈ? ਜੇਕਰ ਤੇਰੇ ਮਨ ਦੇ ਅੰਦਰ ਪਰਮੇਸ਼ਰ ਦੇ ਗਿਆਨ ਦੀ ਇੱਛਾ ਜਾਗੀ ਹੈ, ਤੇ ਫਿਰ
ਦੇ ਸਿਮਰਨ ਦੀ ਮੇਰੇ ਕੋਲੋਂ ਮਰਿਆਦਾ ਸੁਣ ਲਵੋ। जब प्राणी को उपदेश ज्ञाना ਜਦੋਂ ਕਿਸੇ ਵੱਡਿਆਂ ਭਾਗਾਂ ਵਾਲੇ ਮਨੁੱਖ ਨੂੰ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੁੰਦਾ ਹੈ सत्तर मित्र दुख सुख समाना ਤੇ ਫਿਰ ਜੀਵਨ ਅੰਦਰ ਉਹਦਾ ਕੌਣ ਮਿੱਤਰ ਹੈ, ਕੌਣ ਦੁਸ਼ਮਣ ਹੈ, ਕੀ ਸੁੱਖ ਹੈ, ਕੀ ਦੁੱਖ ਹੈ, ਸਾਰਾ ਕੁਝ ਹੀ ਉਸ ਨੂੰ ਬਰਾਬਰ ਜਾਪਦਾ ਹੈ। तुम गौतम कारण बाद है तेरो ਤੇ ਜੇਕਰ ਤੂੰ ਈਰਖਾ ਦੇ ਵਸ ਹੋ ਕਰਕੇ ਰਾਜ ਭਾਗ ਦੀ ਪ੍ਰਾਪਤੀ ਵਾਸਤੇ ਤਪ ਕਰਨ ਚੱਲਿਆ ਹੈ ਨਾ, ਇੱਛਾ ਮਨ ਵਿੱਚ ਰੱਖ ਕੇ ਤਪ ਕਰਨ ਚੱਲਿਆ ਹੈ, ਫਿਰ ਤੇਰਾ ਕੀਤਾ ਸਾਰਾ ਹੀ ਤਪ ਵਿਅਰਥ ਹੋਵੇਗਾ। अनुभव जागो ग्रह करो बसेरो ਇਸ ਲਈ ਜੰਗਲ ਤੋਂ ਪਿੱਛੇ ਮੁੜ ਜਾਵੋ, ਆਪਣੇ ਘਰ ਜਾ ਕੇ ਰਹਿਣਾ ਕਰੋ ਜੀ। चेतो सुख तुझ देव माता ਹੁਣ ਜਿੰਨਾ ਕੁ ਸੁੱਖ, ਜਿੰਨਾ ਕੁ ਪਿਤਾ ਦਾ ਪ੍ਰੇਮ ਮਤਰੇਈ ਮਾਂ ਤੈਨੂੰ ਲੈਣ ਦਿੰਦੀ ਹੈ, जितो जाए भोग हो हे दाता ਬਸ ਆਪਣੇ ਕਰਮਾਂ ਅਨੁਸਾਰ ਇਹ ਪੁੱਤਰ ਓਨਾ ਹੀ ਭੋਗਣਾ ਕਰੋ ਜੀ। का संतोख रखो कर माही ਬਸ ਸਬਰ ਸੰਤੋਖ ਦਾ ਜੀਵਨ ਜਿਉਵੋ ਤੇ ਆਪਣੇ ਘਰ ਵਿੱਚ ਰਹੋ ਜੀ। आहो वास्तव मन कोछ सुख नाही ਇਹ ਬਾਲਕ ਜੰਗਲ ਦੇ ਵਿੱਚ ਹਜੇ ਤੇਰੀ ਉਮਰ ਬੜੀ ਛੋਟੀ ਹੈ, ਇਸ ਲਈ ਤੈਨੂੰ ਕੋਈ ਵੀ ਸੁੱਖ ਪ੍ਰਾਪਤ ਨਹੀਂ ਹੋਵੇਗਾ। जो तब जनन कीन उपदेशा ਤੇ ਜੋ ਤੇਰੀ ਮਾਤਾ ਨੇ ਤੈਨੂੰ ਉਪਦੇਸ਼ ਸਿੱਖਿਆ ਦਿੱਤੀ ਹੈ, लेट जप हो देह बड़ो अंदेशा ਜੇਕਰ ਤੂੰ ਉਹ ਸਿੱਖਿਆ ਉਸ ਪਰਮੇਸ਼ਰ ਦਾ ਸਿਮਰਨ ਕਰਕੇ ਉਸ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ ਕੋਜਤ ਜਿनको मुनि जुगेश्वर ਤੇ ਸੁਣਨਾ ਕਰ, ਤੈਥੋਂ ਬੜੀਆਂ ਵੱਡੀਆਂ ਉਮਰਾਂ ਦੇ ਜਿਹੜੇ ਜੋਗੀ ਜਤੀ ਸੰਨਿਆਸੀ ਜਗਿਆਸੂ ਆਦਿ ਉਸ ਦੀ ਖੋਜ ਕਰਦੇ ਨੇ, ਸਿਮਰਨ ਕਰਦੇ ਨੇ दुराराध्य सुलख परमेश्वर ਤੇ ਉਹਨਾਂ ਕੋਲੋਂ ਪੁੱਛ ਲੈ, ਇਹ ਰਸਤਾ ਬੜਾ ਕਠਿਨ, ਬੜਾ ਔਖਾ ਹੈ। तापके पीबर चिरकाला ਬੜਿਆਂ ਲੋਕਾਂ ਨੇ ਬੜਾ ਲੰਬਾ ਸਮਾਂ ਤਪ ਸਾਧਿਆ ਹੈ है जतन अनेक विशाला ਤੇ ਬੜੇ ਕਸ਼ਟ ਯੋਗ ਭਗਤ ਯੋਗ ਦੇ ਯਤਨ ਕੀਤੇ ਨੇ, ताप न पावके फिरे खुजंते ਤਾਂ ਵੀ ਹਲੇ ਤੱਕ ਕਿਸੇ ਨੂੰ ਪਰਮੇਸ਼ਰ ਨਹੀਂ ਮਿਲਿਆ, ਬੜੇ ਖੋਜ ਹਾਰੇ ਨੇ। चरण कमल प्रभ श्री भगवंते ਤੇ ਜਿਸ ਪਰਮੇਸ਼ਰ ਦੇ ਚਰਨਾਂ ਨੂੰ ਪਰਸਣਾ ਚਾਹੁੰਦਾ ਹੈ ਨਾ, ਉਸ ਦਾ ਰਸਤਾ ਬੜਾ ਕਠਿਨ ਹੈ। आप कै लाग चले ग्रह माही ਹਲੇ ਤੇਰੀ ਉਮਰ ਭਗਤ ਧਰੂ ਬੜੀ ਛੋਟੀ ਹੈ, ਪਿੱਛੇ ਮੁੜ ਜਾ। कोई तरण तब की अस जाही ਜਦੋਂ ਜਵਾਨ ਹੋ ਜਾਵੇਗਾ ਉਦੋਂ ਜੰਗਲਾਂ ਵਿੱਚ ਆਵੀਂ, ਭਗਤੀ ਕਰੀ, ਇੱਛਾ ਪੂਰਨ ਹੋਵੇਗੀ। सोन मुनवर बानी रससानी ਇਸ ਪ੍ਰਕਾਰ ਬੜੀ ਭਗਤੀ ਦੀ ਬੜੇ ਮਿੱਠੇ ਬੋਲੇ ਹੋਏ ਨਾਰਦ ਮੁਨੀ ਦੇ ਜਿਸ ਪ੍ਰਕਾਰ ਭਗਤ ਧਰੂ ਜੀਆਂ ਨੇ ਸੁਣੇ ਨੇ। बोले ध्रुव जोर जुग पानी ਦੋਨੋਂ ਹੱਥ ਭਗਤ ਧਰੂ ਜੀਆਂ ਨੇ ਜੋੜੇ ਨੇ ਅਤੇ ਬੋਲੇ ਨੇ। आप कहत साक्षी सब भांति ਤੇ ਨਾਰਦ ਮੁਨੀ ਜੀ ਜੋ ਵੀ ਆਪ ਜੀਆਂ ਨੇ ਮੇਰੇ ਤਾਈਂ ਬੋਲਿਆ ਹੈ ਸਭ ਕੁਝ ਸੱਚ ਹੈ, तादप न मोमन विटे गटाती ਪਰ ਆਪ ਜੀਆਂ ਦੀ ਇੱਕ ਵੀ ਗੱਲ ਦਾ ਅਸਰ ਮੇਰੇ ਮਨ ਉੱਪਰ ਨਹੀਂ ਹੋਇਆ। मैं कपोठ बहरो अज्ञाती ਮੇਰੀ ਉਮਰ ਹਜੇ ਬੜੀ ਛੋਟੀ ਹੈ ਔਰ ਮੈਂ ਬੜਾ ਅਗਿਆਨੀ ਹਾਂ। काचल नाथ ते सुगल छाती ਪਰ ਜੋ ਮਤਰੇਈ ਨੇ ਮੇਰੇ ਤਾਈਂ ਬੋਲੇ ਨੇ ਨਾ, ਤੇ ਉਹ ਮੇਰਾ ਸੀਨਾ ਸਾੜ ਰਹੇ ਨੇ। दुखते जग सुन गिरा कठोरा ਇਸ ਪ੍ਰਕਾਰ ਬੜਾ ਦੁੱਖ ਦਿੱਤਾ ਹੈ ਮੇਰੀ ਮਤਰੇਈ ਮਾਂ ਦੇ ਕੌੜਿਆਂ ਬੋਲਾਂ ਨੇ। अपने प्रेत न करे मन मोरा ਤੇ ਹੁਣ ਪਿੱਛੇ ਮੈਂ ਨਹੀਂ ਹਟ ਸਕਦਾ, ਮੇਰਾ ਮਨ ਨਹੀਂ ਮੰਨਦਾ। तुम पारमित के हित सदाई ਇਸ ਪ੍ਰਕਾਰ ਮੈਂ ਤਾਈ ਇਸ ਰਸਤਾ ਚੁਣਿਆ ਹੈ, ਇਹ ਰਸਤੇ ਵੱਲ ਤੁਰਿਆ ਹਾਂ। सर्व थान विच रखो रिख जाई ਸਰਬ ਥਾਨ ਵਿਚਰੋ ਰਿਕ ਜਾਈ। ਹੇ ਰਿਸ਼ੀਆਂ ਦੇ ਮੁਨੀ, ਤੁਸੀਂ ਸਾਰਿਆਂ ਦੇ ਭਲੇ ਵਾਸਤੇ ਥਾਂ ਥਾਂ ਦੇ ਉੱਪਰ ਵਿਚਰਦੇ ਹੋ। जे पद लो पहुँचो
ਨਾ ਕਟਾਵਾਂ। ਤੇ ਇੱਕ ਗੱਲ ਮੈਂ ਤੁਹਾਨੂੰ ਕਹਿ ਦੇਵਾਂ, ਜਿੱਥੋਂ ਤੱਕ ਮੇਰਾ ਦਾਦਾ ਔਰ ਮੇਰਾ ਪਿਤਾ ਵੀ ਹਲੇ ਨਹੀਂ ਪਹੁੰਚਿਆ, ਤਾਕਤ ਕੀ ਇੱਛਾ ਅਬਰਾਮਾ। ਤੇ ਮੇਰੀ ਇੱਛਾ ਉਹ ਪਦਵੀ ਪ੍ਰਾਪਤ ਕਰਨ ਦੀ ਹੈ। ਸੋ ਮਾਰਗ ਮੁਝ ਦੇਹੋ ਬਤਾਈ। ਬਸ ਹੈ ਮੁਨੀ ਜੀ, ਮੈਨੂੰ ਉਹ ਰਸਤਾ ਦੱਸ ਦੇਵੋ ਕਿ ਉਹ ਰਸਤਾ ਕਿਵੇਂ ਤੈਅ ਹੋਵੇਗਾ। ਰੱਬ ਕਿਰਪਾ ਨਿਧਾਨ ਸਦਾਈ। ਤੁਹਾਡੇ ਉੱਪਰ ਪਰਮੇਸ਼ਰ ਦੀ ਹਮੇਸ਼ਾ ਹੀ ਬੜਾ ਕਿਰਪਾ ਰਹਿੰਦੀ ਹੈ। ਤਾਕਤ ਤੇਜ ਸਮ ਗਿਆਨ ਅਪਾਰਾ। ਇਹ ਜਿਹੜਾ ਪਰਮੇਸ਼ਰ ਦਾ ਗਿਆਨ ਹੈ, ਕਰੋੜਾਂ ਸੂਰਜਾਂ ਵਾਂਗ ਉਸ ਦਾ ਪ੍ਰਕਾਸ਼ ਹੈ। ਬੀਨਾ ਕਰ ਧਾਰੇ ਸਿਰ ਭਾਰਾ। ਤੇ ਜਿਸ ਨੂੰ ਐਸਾ ਗਿਆਨ ਪ੍ਰਾਪਤ ਹੁੰਦਾ ਹੈ, ਉਹ ਜੀਵਨ ਅੰਦਰ ਬਹੁਤਾ ਸੁਖ ਪਾਉਂਦਾ ਹੈ। ਸੁਨ ਬਚਨ ਲੱਖ ਸਰਦਾ ਜਹ ਗਾਡੀ। ਇਸ ਪ੍ਰਕਾਰ ਭਗਤ ਧਰੂ ਦੇ ਹਿਰਦੇ ਅੰਦਰ ਜਦੋਂ ਨਾਰਦ ਮੁਨੀ ਨੇ ਐਸੀ ਸ਼ਰਧਾ ਵੇਖੀ ਹੈ, ਮਨ ਪ੍ਰਸੰਨਤਾ ਅਬ ਕਹਿ ਬਾਡੀ। ਬੜਾ ਨਾਰਦ ਮੁਨੀ ਪ੍ਰਸੰਨ ਖੁਸ਼ ਹੋਇਆ ਹੈ। ਕਹਿਣ ਲੱਗਿਓ ਮੈਂ ਪ੍ਰਗਟ ਨੀਕੇ। ਤੇ ਨਾਰਦ ਮੁਨੀ ਕਹਿਣ ਲੱਗਾ, ਹੈ ਬਾਲਕ ਧਰੂ, ਮੈਂ ਤਾਂ ਬਸ ਤੈਨੂੰ ਪਰਖਦਾ ਸੀ। ਆਹੋ ਬਾਲ ਤਬ ਸਰਦਾ ਨੀਕੇ। ਇਸ ਪ੍ਰਕਾਰ ਆਹੋ ਬਾਲ ਤਬ ਸਰਦਾ ਹੈ, ਤੇਰੇ ਹਿਰਦੇ ਅੰਦਰ ਤਾਂ ਬਹੁਤੀ ਸ਼ਰਧਾ ਭਾਵਨਾ ਹੈ। ਇਸ ਕਲਿਆਣ ਪੰਥ ਲਖਸੋ। ਇਸ ਪ੍ਰਕਾਰ ਜਿਹੜੀ ਮੁਕਤੀ ਦੇ ਰਸਤੇ ਤੇ ਤੂੰ ਤੁਰਨਾ ਚਾਹੁੰਦਾ ਹੈ, ਤਬ ਜਨਨੀ ਭਾਖਿਓ ਸੁਖ ਜੋ। ਜਿਹੜੀ ਸਿੱਖਿਆ ਤੇਰੀ ਮਾਤਾ ਨੇ ਤੈਨੂੰ ਦਿੱਤੀ ਹੈ ਨਾ, ਉਹ ਸਹੀ ਹੈ, ਸੱਚ ਹੈ। ਕਰਤਾਰ ਸਕਲ ਗੁਣਖਾਨੀ। ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਉਹ ਸਾਰਿਆਂ ਹੀ ਗੁਣਾਂ ਦਾ ਖਜ਼ਾਨਾ ਹੈ। ਤਾਕੋ ਸੇਵੋ ਮਨ ਕ੍ਰਮ ਬਾਨੀ। ਇਸ ਲਈ ਮਨ ਕਰਕੇ, ਸਰੀਰ ਕਰਕੇ, ਸ਼ਰਧਾ ਭਾਵਨਾ ਦੇ ਨਾਲ ਉਸ ਦਾ ਸਿਮਰਨ ਕਰੋ। ਧਰਮ ਆਖਰ ਕਾਮੰ ਪਨਮੁਖਾ। ਕਿਉਂਕਿ ਉਹਦੇ ਸਿਮਰਨ ਦੇ ਵਿੱਚੋਂ ਹੀ ਧਰਮ ਦੀ ਪ੍ਰਾਪਤੀ ਹੁੰਦੀ ਹੈ ਤੇ ਸਾਰੇ ਪਦਾਰਥਾਂ ਦੀ, ਔਰ ਅਖੀਰਲੇ ਸਮੇਂ ਮੁਕਤੀ ਮਿਲਦੀ ਹੈ। ਪਾਇਓ ਜਹ ਜਹ ਨਾਰ ਬਿਨ ਦੁਖਾ। ਤੇ ਜਿਸ ਮਨੁੱਖ ਨੇ ਬਿਨਾਂ ਦੋਸ਼ਾਂ ਤੋਂ ਐਸੇ ਪਰਮੇਸ਼ਰ ਨੂੰ ਪਾਇਆ ਹੈ, ਸੋ ਇੱਕ ਵਾਸੁਦੇਵ ਕੀ ਸਰਨਾ। ਉਹ ਤਾਂ ਬਸ ਇੱਕੋ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੇ। ਜਿਹੜਾ ਮਨੁੱਖ ਬਿਨਾਂ ਔਗਣਾਂ ਤੋਂ ਐਸੇ ਪਰਮੇਸ਼ਰ ਨੂੰ ਪਾਉਣਾ ਚਾਹੁੰਦਾ ਅਮਰ ਹੈ, ਪਾਪ ਨਾ ਕੋ ਵਰਨਾ। ਤੇ ਹੋਰ ਕੋਈ ਵੀ ਉਪਾਅ ਨਹੀਂ ਹੈ ਉਸ ਪਰਮੇਸ਼ਰ ਨੂੰ ਮਿਲਣ ਦਾ, ਰਾਜ ਭਾਗ ਨੂੰ ਪ੍ਰਾਪਤ ਕਰਨ ਦਾ। ਇੱਕੋ ਪਰਮੇਸ਼ਰ ਦੀ ਭਗਤੀ ਹੈ। ਆਪ ਮਦਬਨ ਜਮਨਾ ਤਟ ਜਾਈ। ਇਸ ਪ੍ਰਕਾਰ ਹੁਣ ਮਧਵਨ ਜੰਗਲਾਂ ਦੇ ਵਿੱਚ ਜਾਣਾ ਕਰੋ, ਔਰ ਜਮਨਾ ਦਾ ਕਿਨਾਰਾ ਵੇਖੋ। ਜਗਾ ਜੋਗ ਆਸਨ ਕੋ ਲਾਈ। ਤੇ ਜਿੰਨੀ ਕੁ ਸਮਰੱਥਾ ਹੋਵੇ, ਇਸ ਪ੍ਰਕਾਰ ਆਪਣਾ ਆਸਨ ਲਾਉਣਾ ਕਰੋ ਜਿੱਥੇ ਚੰਗਾ ਲੱਗੇ। ਭਗਤ ਸਾਧੋ ਪ੍ਰਾਣਾਯਾਮਾ। ਤੇ ਬੜੀ ਚੰਗੇ ਤਰੀਕੇ ਦੇ ਨਾਲ, ਨੇਕ ਨੀਤੀ ਦੇ ਨਾਲ ਪ੍ਰਾਣਾਯਾਮ ਭਗਤੀ ਦਾ ਰਸਤਾ ਚੁਣੋ ਜੀ। ਮੋਹੇ ਜਗ ਸਾਲ ਅਬਰਾਮਾ। ਤੇ ਬੜੀ ਛੇਤੀ ਹੀ ਤੇਰਾ ਹਿਰਦਾ ਉਜਲ ਹੋਵੇਗਾ। ਅੰਦਰ ਹੋ ਧਿਆਨ ਤਬ ਸ੍ਰੀ ਹਰਿਪੂਰਨ। ਜਦੋਂ ਤੁਸੀਂ ਅਕਾਲ ਪੁਰਖ ਵਾਹਿਗੁਰੂ ਪੂਰਨ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਰੋਗੇ, ਸਿਆਮ ਸਰੂਪ ਅਨੂਪਮ ਰੂਰੰ। ਕਿਉਂਕਿ ਉਸ ਪਰਮੇਸ਼ਰ ਦਾ ਜਿਹੜਾ ਸਰੂਪ ਹੈ ਬੜਾ ਸੁੰਦਰ ਹੈ। ਸਭ ਵਿਆਪਕ ਮੁਖ ਮੰਡਲ ਸੋਹਨ। ਬੜੇ ਸੁੰਦਰ ਚੰਦਰਮੇ ਵਰਗਾ ਮੁਖ ਹੈ ਜੀ। ਚਾਰ ਚਕਨ ਚਿਤਵਨ ਮਨਮੋਹਨ। ਜਿਸ ਦੀ ਸੁੰਦਰ ਨੇਤਰ, ਸੁੰਦਰ ਅੱਖਾਂ ਮਨ ਨੂੰ ਮੋਹ ਲੈਂਦੀਆਂ ਨੇ। ਮਨ ਮੰਦ ਮੁਸਕਿਆਨ ਕਪੂਲਾ। ਤੇ ਹੌਲੀ ਹੌਲੀ ਆਪਣੀਆਂ ਸੁੰਦਰ ਗੱਲਾਂ ਵਿੱਚੋਂ ਹੱਸਦਾ ਹੈ। ਅਦਰ ਅਰੁਣ ਸਭ ਬਣੀ ਅਮੋਲਾ। ਤੇ ਬੜੇ ਅਮੋਲਕ ਹੀਰਿਆਂ ਵਾਂਗ ਉਸ ਪਰਮੇਸ਼ਰ ਦੇ ਦੰਦਾਂ ਦੀ ਸੋਭਾ ਹੈ। ਚਾਰ ਭੁਜਾ ਜੁਗ ਭੂਖਣ ਚਾਰੂ। ਤੇ ਚਾਰ ਬਾਹਾਂ ਨੇ, ਚਾਰਾਂ ਬਾਹਾਂ ਦੇ ਵਿੱਚ ਉਹਦੇ ਸੁੰਦਰ ਗਹਿਣੇ ਪਾਏ ਨੇ। ਗਦਾ ਚੱਕਰ ਦਰ ਅੰਬੁਜ ਧਾਰੂ। ਤੇ ਚਾਰੇ ਬਾਹਾਂ ਦੇ ਹੱਥਾਂ ਦੇ ਵਿੱਚ ਬੜੇ ਸੁੰਦਰ ਸ਼ਸਤਰ ਫੜੇ ਹੋਏ ਨੇ। ਸਤ ਕੁੰਡਲ ਤਰਪੀਤ ਦੁਪੂਲਾ। ਕੰਨਾਂ ਦੇ ਵਿੱਚ ਉਸ ਦੇ ਕੁੰਡਲ ਪਾਏ ਹੋਏ ਨੇ। ਕਟਕ ਟਿਕਨ ਸਭ ਛਬੂਲਾ। ਤੇ ਲੱਕ ਦੇ ਉੱਪਰ ਸੁੰਦਰ ਕੜਾਗੀ ਬੰਨੀ ਹੋਈ ਹੈ। ਮਹਿ ਨੂਪਰ ਬਾਜਤ ਸੁਹਾਵਨ। ਤੇ ਪੈਰਾਂ ਦੇ ਜਿਹੜੇ ਗਹਿਣੇ ਨੇ ਬੜੀਆਂ ਸੁੰਦਰ ਧੁਨਾਂ ਪੈਦਾ ਕਰਦੇ ਨੇ। ਕੰਠ ਵਿਖੇ ਮਨ ਸੁਖ
ਤੇ ਗਲ ਦੇ ਵਿੱਚ ਮੋਤੀਆਂ ਦਾ ਸੁੰਦਰ ਹਾਰ ਸੋਭਦਾ ਹੈ ਜੀ। ਕਰੋ ਯਤਨ ਕਰੋ ਅਸ ਧਿਆਨਾ। ਇਸ ਲਈ ਐਸੇ ਪਰਮੇਸ਼ਰ ਦਾ ਯਤਨ ਕਰਕੇ ਧਿਆਨ ਕਰੋ। ਕਵੀ ਜੀ ਹੁਣਾਂ ਨੇ ਇਹ ਸਤਯੁਗ ਦੀ ਗੱਲ ਕੀਤੀ ਹੈ ਤੇ ਸਤਯੁਗ ਦੇ ਸਮੇਂ ਦੇ ਅੰਦਰ ਭਗਵਾਨ ਵਿਸ਼ਨੂੰ ਜੀ ਹੋਏ ਨੇ। ਇਸ ਲਈ ਜਿਹੜਾ ਸਮਾਂ ਚੱਲਦਾ ਹੈ ਉਸ ਅਵਤਾਰ ਦੀ ਗੱਲ ਕੀਤੀ ਹੈ। ਭਗਤ ਧਰੂ ਜੀ ਆਪਣੇ ਮਨ ਦੇ ਫੁਰਨਿਆਂ ਨੂੰ ਰੋਕ ਕਰਕੇ ਸਾਵਧਾਨ ਇਕਾਗਰ ਚਿਤ ਹੋ ਕਰਕੇ ਸਿਮਰਨ ਕਰੋ। ਇੱਕ ਗੁਪਤ ਮੰਤਰ ਹੈ, ਉਹ ਆਪ ਜੀਆਂ ਨੂੰ ਮੈਂ ਦੱਸਦਾ ਹਾਂ। ਜਿਹੜਾ ਮਨ ਚਿਤ ਬਿਰਤੀਆਂ ਇਕਾਗਰ ਕਰਕੇ 7 ਦਿਨ ਇਸ ਨੂੰ ਸਿਮਰਨ ਕਰਦਾ ਹੈ, ਉਸ ਨੂੰ 7 ਦਿਨਾਂ ਅੰਦਰ ਐਸੀ ਅਵਸਥਾ ਪ੍ਰਾਪਤ ਹੁੰਦੀ ਹੈ, ਸਾਰੀਆਂ ਗੁਪਤ ਰੂਹਾਂ ਦੇ ਦਰਸ਼ਨ ਹੋਣ ਲੱਗਦੇ ਨੇ। ਤੇ ਫਿਰ ਐਸਾ ਪਰਮਾਰਥ ਦਾ ਐਸੀ ਉੱਚੀ ਪਦਵੀ ਪ੍ਰਾਪਤ ਹੁੰਦੀ ਹੈ, ਆਪਣੀ ਇੱਛਾ ਅਨੁਸਾਰ ਸੁਖ ਮਿਲਦੇ ਨੇ। ਇਸ ਪ੍ਰਕਾਰ ਓਮ ਭਗਵਤ ਵਾਸੁਦੇਵ ਨਮੋ ਇਹ ਸਾਰਾ ਮੰਤਰ ਉਚਾਰਨ ਕੀਤਾ ਹੈ। ਤੇ ਇਸ ਦਾ ਜੇਕਰ ਸੰਗਤ ਜੀ ਅਰਥ ਕਰੀਏ, ਭਾਈ ਗੁਰਦਾਸ ਜੀਆਂ ਨੇ ਆਪਣੀਆਂ ਵਾਰਾਂ ਦੇ ਅੰਦਰ ਇਸ ਦੇ ਅਰਥ ਕੀਤੇ ਨੇ ਕਿ ਵਾਹਿਗੁਰੂ ਗੁਰ ਮੰਤਰ ਹੈ ਜਪ ਹਉ ਮੈਂ। ਇਸ ਦਾ ਅਰਥ ਬਣਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਿ ਵਾਹਿਗੁਰੂ ਵਾਹਿਗੁਰੂ ਨੂੰ ਜਪ ਕਰਕੇ ਐਸੇ ਵਾਹਿਗੁਰੂ ਵਾਹਿਗੁਰੂ ਦਾ ਭਗਤ ਧਰੂ ਜੀ ਸਿਮਰਨ ਕਰੋ ਮਨ ਨੂੰ ਟਿਕਾ ਕਰਕੇ। ਸਾਰੇ ਪ੍ਰਕਾਰਾਂ ਦੇ ਨਾਲ ਪਰਮੇਸ਼ਰ ਦਾ ਸਿਮਰਨ ਪੂਜਾ ਕਰੋ ਜੀ। ਚੰਦਨ ਪੁਸ਼ਪਾਦਿਕ ਰੂਪ ਧਾਰੀ, ਚੰਦਨ ਕੇਸਰ ਆਦਿਕ ਦੇ ਨਾਲ ਸਭ ਵਿੱਚ ਸੁਣੀ ਧਰਵ ਨਿਜ ਸੁਨਾ। ਜਦੋਂ ਨਾਰਦ ਮੁਨੀ ਦੇ ਐਸੇ ਬਚਨ ਸਾਰੀਆਂ ਵਿਧੀਆਂ ਦੇ ਨਾਲ ਭਗਤ ਧਰੂ ਜੀਆਂ ਨੇ ਸ਼ਰਵਣ ਕੀਤੇ ਨੇ, ਮਨਪਤ ਬੰਦ ਕੀਓ ਬਨ ਗਾਉਨਾ। ਇਸ ਪ੍ਰਕਾਰ ਦੋਨੋਂ ਹੱਥ ਜੋੜ ਕਰਕੇ ਨਮਸਕਾਰ ਕੀਤੀ ਹੈ ਔਰ ਜੰਗਲਾਂ ਨੂੰ ਚਲੇ ਗਏ ਨੇ। ਪਹੁੰਚੇ ਮਦਬਨ ਤਬਹੇ ਤਬਹੇ ਅਰੰਭਾ। ਇਸ ਪ੍ਰਕਾਰ ਜੰਗਲ ਦੇ ਵਿੱਚ ਜਾ ਕਰਕੇ ਜਮਨਾ ਦਾ ਕਿਨਾਰਾ ਮੱਲਿਆ ਹੈ ਔਰ ਆਪਣਾ ਜਿਹੜਾ ਜਪ ਤਪ ਆਰੰਭ ਕੀਤਾ ਹੈ। ਇਸ ਪ੍ਰਕਾਰ ਜਿਹਰਵ ਤਨੀਆਂ ਪਾਵਨ ਅੰਬਾ, ਜਿਸ ਦੇ ਕਿਨਾਰੇ ਤੇ ਸੁੰਦਰ ਨਦੀ ਦਾ ਬਹਿਣ ਵਹਿੰਦਾ ਹੈ। ਇਸ ਪ੍ਰਕਾਰ ਭਗਤ ਧਰੂ ਜੀਆਂ ਉਹਨਾਂ ਨੂੰ ਨਾਰਦ ਮੁਨੀ ਨੇ ਜੰਗਲਾਂ ਵਿੱਚ ਛੱਡ ਕੇ ਆਪ ਰਾਜੇ ਕੋਲ ਆਉਣਾ ਕੀਤਾ ਹੈ। ਤੇ ਜਿਹੜਾ ਭਗਤ ਧਰੂ ਜੀਆਂ ਦਾ ਪਿਤਾ ਹੈ, ਜਦੋਂ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਮੇਰਾ ਪੁੱਤਰ ਮੇਰੀ ਰਾਣੀ ਦੇ ਬੋਲ ਸੁਣ ਕਰਕੇ ਦੁਖੀ ਹੋਇਆ ਹੈ, ਘਰਦਾਰ ਨੂੰ ਛੱਡ ਕੇ ਜੰਗਲਾਂ ਵਿੱਚ ਗਿਆ ਹੈ, ਪੁੱਤਰ ਦੇ ਵਿਛੋੜੇ ਵਿੱਚ ਇਸ ਪ੍ਰਕਾਰ ਕੁਮਲਾਇਆ ਹੈ। ਤੇ ਜਦੋਂ ਰਾਜੇ ਉਤਾਨਪਾਦ ਨੇ ਨਾਰਦ ਮੁਨੀ ਆਪਣੇ ਘਰ ਆਇਆ ਵੇਖਿਆ ਹੈ, ਉੱਠ ਕਰਕੇ ਸਤਿਕਾਰ ਕੀਤਾ ਹੈ। ਬੜਾ ਸਤਿਕਾਰ ਕੀਤਾ, ਨਮਸਕਾਰ ਕੀਤੀ ਹੈ। ਤੇ ਨਾਰਦ ਮੁਨੀ ਬੜਾ ਸਿਆਣੇ ਬੋਲ ਬੋਲਦਾ ਹੈ ਕਿ ਹੈ ਰਾਜਨ, ਤੇਰੇ ਮੁਖ ਤੇ ਉਦਾਸੀ ਕਿਉਂ ਛਾਈ ਹੈ? ਇਹ ਕੋਈ ਧਰਮ ਦਾ ਜਾਂ ਕੋਈ ਰਾਜ ਭਾਗ ਦਾ ਕਾਰਜ ਵਿਗੜਿਆ ਹੈ। ਇਸ ਪ੍ਰਕਾਰ ਨਾਰਦ ਮੁਨੀ ਦੇ ਬੋਲ ਸੁਣ ਕਰਕੇ ਰਾਜਾ ਕਹਿੰਦਾ ਹੈ ਕਿ ਹੇ ਮੁਨੀ ਜੀ, ਮੈਂ ਕਾਮ ਦੇ ਵਸ ਹੋ ਕਰਕੇ ਮਤ ਤੋਂ ਹੀਣਾ ਹਾਂ। ਇਸ ਪ੍ਰਕਾਰ ਮੈਂ ਦੂਸਰਾ ਵਿਆਹ ਕਾਮ ਦੇ ਵਸ ਹੋ ਕਰਕੇ ਕਰਵਾਇਆ ਸੀ ਤੇ ਇਸ ਲਈ ਹਮੇਸ਼ਾ ਹੀ ਇਸ ਔਰਤ ਦੇ ਅਧੀਨ ਰਹਿੰਦਾ ਹਾਂ, ਵਿਕਾਰਾਂ ਦੇ ਵਿੱਚ ਲੰਪਟ ਰਹਿੰਦਾ ਹਾਂ। ਤੇ ਜਿਹੜਾ ਮੇਰਾ 5 ਸਾਲਾਂ ਦਾ ਪੁੱਤਰ ਹੈ, ਬਿਨਾਂ ਕਸੂਰ ਤੋਂ ਆਪਣੇ ਪੁੱਤਰ ਔਰ ਆਪਣੀ ਪਹਿਲੀ ਪਤਨੀ ਨੂੰ ਇਸ ਘਰ ਤੋਂ ਨਿਕਾਲਾ ਦਿੱਤਾ ਸੀ।
ਤੇ ਮੈਂ ਲੋਕਾਂ ਤੋਂ ਸੁਣਿਆ ਹੈ ਕਿ ਮੇਰਾ ਪੁੱਤਰ ਮਤਰਈ ਦੇ ਬੋਲ ਸੁਣ ਕੇ ਦੁਖੀ ਹੋਇਆ ਹੈ, ਤਪ ਕਰਨ ਵਾਸਤੇ ਜੰਗਲਾਂ ਨੂੰ ਗਿਆ ਉਸਦਾ ਹੈ। ਹੋਏ ਸ਼ਮਸ਼ੀਤ ਉਸਨ ਮੈਂ ਤੇ ਜਿਹੜੀ ਜੰਗਲਾਂ ਦੀ ਗਰਮੀ ਔਰ ਸਰਦੀ ਹੈ ਉਹ ਬੜੀ ਭਿਆਨਕ ਹੈ। ਸੋਧਿਮ ਸਹੇ ਜੇ ਸੰਕਟ ਭਾਰੀ ਇਸ ਪ੍ਰਕਾਰ ਮੇਰਾ ਪੁੱਤਰ ਬੜਾ ਛੋਟਾ ਹੈ, ਉਹ ਐਸਾ ਦੁੱਖ ਭੁੱਖ ਦਾ ਕਿਵੇਂ ਸਹੇਗਾ। ਖਾਏ ਜਾਏ ਕੋ ਬਿਨ ਰਖਬਾਰੀ ਦੇਖੀ ਨਾਰਦ ਮੁਨੀ ਉਹਨੂੰ ਬਿਨਾਂ ਕਿਸੇ ਗੱਲ ਤੋਂ ਹੀ ਜੰਗਲਾਂ ਦੇ ਜਾਨਵਰ ਖਾ ਜਾਣਗੇ। ਕਰਨਾ ਬੈਨ ਸੁਨੇ ਮਨ ਰਾਈ ਜਦੋਂ ਇਸ ਪ੍ਰਕਾਰ ਮੁਨੀਆਂ ਦੇ ਰਾਜੇ ਨਾਰਦ ਮੁਨੀ ਨੇ ਰਾਜੇ ਦੇ ਐਸੇ ਬੋਲ ਸੁਣੇ ਨੇ ਏਤ ਪ੍ਰਬੋਧਨ ਗਿਰਾ ਅਲਾਈ ਤੇ ਉਸ ਨੂੰ ਸਮਝਾਉਣ ਵਾਸਤੇ ਮੁਨੀ ਜੀ ਬੋਲੇ ਸੁਨ ਨੇ ਕੇ ਏਤ ਨਾ ਸੂਝਰ ਜਾਨਾ ਕਿ हे ਰਾਜਨ ਆਪਣੇ ਪੁੱਤਰ ਬਾਰੇ ਸੋਚ ਕਰਕੇ ਰਤੀ ਪਰ ਵੀ ਦੁਖੀ ਨਾ ਹੋ, ਈਸ਼ਰ ਬਸਹਿ ਸਾਰਬ ਇਸ ਖਾਨਾ ਕਿਉਂਕਿ ਜਿਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨ ਵਾਸਤੇ ਤੇਰਾ ਪੁੱਤਰ ਗਿਆ ਹੈ ਨਾ, ਉਹ ਵਾਹਿਗੁਰੂ ਘਟਾ ਘਟਾਂ ਵਿੱਚ ਵਸਦਾ ਹੈ, ਹਰ ਥਾਂ ਮੌਜੂਦ ਮਨ ਹੈ। ਮੈਂ ਸੇਸ ਕਰਹਿ ਤਪ ਭਾਰੀ ਇਸ ਪ੍ਰਕਾਰ ਤੇਰਾ ਪੁੱਤਰ ਜੰਗਲਾਂ ਵਿੱਚ ਜਾ ਕੇ ਭਾਰੀ ਜਪ ਤਪ ਕਰੇਗਾ ਲੋਕਪਾਲ ਤੇ ਉੱਚ ਅਧਿਕਾਰੀ ਤੇ ਸਾਰੇ ਸੰਸਾਰ ਤੋਂ ਉੱਚੀ ਪਦਵੀ ਪ੍ਰਾਪਤ ਹੋਵੇਗੀ। ਸੋਰਨ ਦਿਵਸ ਆਏ ਤਬ ਪਾਸਾ ਤੂੰ ਚਿੰਤਾ ਨਾ ਕਰ, ਉਹ ਥੋੜਿਆਂ ਦਿਨਾਂ ਦੇ ਵਿੱਚ ਤੇਰੇ ਕੋਲ ਵਾਪਸ ਆਵੇਗਾ ਮੈਂ ਕਹੈ ਸੁਜਸ ਪ੍ਰਕਾਸ਼ਾ ਤੇ ਉਹਦੀ ਭਗਤੀ ਦਾ ਪ੍ਰਕਾਸ਼ ਸਾਰੇ ਸੰਸਾਰ ਵਿੱਚ ਹੋਵੇਗਾ। ਇਸ ਪ੍ਰਕਾਰ ਕਹੇ ਮੁਨੀ ਪਿਆਨਾ ਇਹ ਤਾਂ ਕਹਿ ਕਰਕੇ ਰਾਜੇ ਨੂੰ ਬਚਨ ਵਿਲਾਸ ਨਾਰਦ ਮੁਨੀ ਜੀ ਉਥੋਂ ਚੱਲੇ ਨੇ ਸਜਿਓ ਰਾਜ ਵਿੱਚ ਸੋਚ ਰਜਾਨਾ ਤੇ ਪੁੱਤਰ ਦੇ ਵਿਛੋੜੇ ਵਿੱਚ ਰਾਜੇ ਉਤਾਨਪਾਦ ਨੇ ਵੀ ਆਪਣਾ ਸਾਰਾ ਰਾਜ ਭਾਗ ਤਿਆਗ ਦਿੱਤਾ ਹੈ। ਪ੍ਰਭੂ ਦੇ ਕਾਰਨ ਲੱਗਿਆ ਤਨ ਭਾਰੀ ਇਸ ਪ੍ਰਕਾਰ ਭਗਤ ਧਰੂ ਜੀ ਵੀ ਭਾਰੀ ਜਪ ਤਪ ਕਰਨ ਲੱਗੇ ਨੇ। ਤੀਸਰ ਦਿਨ ਫਲ ਖਾਏ ਅਹਾਰੀ ਦੋ ਦਿਨ ਹੁਣ ਭੁੱਖੇ ਕੱਢ ਦਿੰਦੇ ਨੇ, ਤੀਜੇ ਦਿਨ ਜਾ ਕੇ ਕੋਈ ਜੰਗਲ ਦਾ ਫਲ ਛਕਦੇ ਨੇ। ਪੂਜਤ ਜੋ ਇੱਕ ਮਾਸ ਬਿਤਾਇਓ ਇਸ ਪ੍ਰਕਾਰ ਭਗਤ ਧਰੂ ਜੀਆਂ ਨੂੰ ਜੰਗਲ ਦੇ ਵਿੱਚ ਪੂਜਾ ਸਿਮਰਨ ਕਰਦਿਆਂ ਜਦੋਂ 1 ਮਹੀਨਾ ਬਤੀਤ ਹੋਇਆ ਹੈ, ਦੂਸਰ ਮਾਸ ਤ੍ਰਿਨਨ ਕੋ ਖਾਇਓ ਇਸ ਪ੍ਰਕਾਰ ਜਦੋਂ ਦੂਸਰਾ ਮਹੀਨਾ ਆਰੰਭ ਹੋਇਆ ਹੈ, ਉਦੋਂ ਫਲ ਖਾਣੇ ਤਿਆਗ ਦਿੱਤੇ ਨੇ, ਛੱਡ ਦਿੱਤੇ ਨੇ ਤੇ ਜੰਗਲਾਂ ਦਾ ਕੋਮਲ ਕੋਮਲ ਘਾਹ ਖਾਣਾ ਸ਼ੁਰੂ ਕੀਤਾ ਸੁਖੇ ਹੈ। ਕਾਰਨ ਤੀਸਰੇ ਮਾਸਾ ਇਸ ਪ੍ਰਕਾਰ ਜਦੋਂ ਤੀਸਰਾ ਮਹੀਨਾ ਆਰੰਭ ਹੋਇਆ, ਘਾਹ ਵੀ ਛੱਡ ਦਿੱਤਾ ਤੇ ਸੁੱਕੇ ਪੱਤੇ ਖਾਂਦਾ ਹੈ। ਖਾਏ ਰਹੇ ਸਿਮਰੇ ਸੁਖ ਰਸਾ ਇਸ ਪ੍ਰਕਾਰ ਸੁੱਕਿਆਂ ਪੱਤਿਆਂ ਨੂੰ ਖਾ ਕਰਕੇ ਪੇਟ ਭਰਦਾ ਹੈ ਤੇ ਸਿਮਰਨ ਕਰਦਾ ਹੈ। ਨਾਮੈ ਦਿਵਸ ਪਾਏ ਮੁਕਸੋ ਜਦੋਂ ਇਸ ਪ੍ਰਕਾਰ ਜਦੋਂ ਤੀਸਰਾ ਮਹੀਨਾ ਵੀ ਬਤੀਤ ਹੋਣ ਲੱਗਾ ਹੈ ਨਾ, ਉਦੋਂ ਫਿਰ ਨਵਾਂ ਦਿਨਾਂ ਦਾ ਸੰਗਤ ਜੀ ਗੈਪ ਪਾ ਦਿੰਦਾ ਹੈ। ਨਵਾਂ ਦਿਨਾਂ ਬਾਅਦ ਸੁੱਕਿਆਂ ਪੱਤਿਆਂ ਨੂੰ ਛਕਦਾ ਹੈ। ਨੀਰ ਕਾਰਨ ਸੁਖੇ ਹੈ ਜੋ ਥੋੜਾ ਬਹੁਤਾ ਜਮਨਾ ਦਾ ਜਲ ਛਕਦਾ ਹੈ ਅਤੇ ਸੁੱਕੇ ਪੱਤੇ ਖਾਂਦਾ ਹੈ। ਚੌਥਾ ਮਾਸ ਬਹੁਰ ਜਬ ਆਇਓ ਜਦੋਂ ਚੌਥਾ ਮਹੀਨਾ ਆਰੰਭ ਹੋਇਆ ਹੈ ਭਗਤੀ ਕਰਦੇ ਨੂੰ ਅੰਦਵਾਦਿ ਦਿਸਵਨ ਮੈਂ ਤਬ ਖਾਓ ਤੇ 12 ਦਿਨਾਂ ਦਾ ਗੈਪ ਪਾਉਣਾ ਸ਼ੁਰੂ ਕੀਤਾ ਹੈ। ਮਹੀਨੇ ਵਿੱਚ ਤਕਰੀਬਨ 2 ਵਾਰ ਛਕਦਾ ਹੈ। ਮਾਸ ਪਾਂਚਵੇਂ ਪਨ ਅਹਾਰੀ ਜਦੋਂ 4 ਮਹੀਨੇ ਬਤੀਤ ਹੋ ਗਏ ਨੇ, 5ਵੇਂ ਮਹੀਨੇ ਦੀ ਆਰੰਭਤਾ ਹੋਈ ਹੈ ਨਾ, ਉਦੋਂ ਪਰ ਸੰਗਤ ਜੀ ਪਰਮੇਸ਼ਰ ਦੀ ਐਸੀ ਕਿਰਪਾ ਹੋਈ, ਪਾਉਣਹਾਰੀ ਹੋਇਆ, ਹਵਾ ਹੀ ਛਕਦਾ ਹੈ, ਹਵਾ ਹੀ ਪੀਂਦਾ ਹੈ। ਭਾਵ ਆਪਣੀਆਂ ਸਵਾਸਾਂ ਦੇ ਨਾਲ ਜਿਨ੍ਹਾਂ ਸਵਾਸਾਂ ਨਾਲ ਪਰਮੇਸ਼ਰ ਦਾ ਸਿਮਰਨ ਕਰਦਾ ਹੈ, ਹੁਣ ਪਰਮੇਸ਼ਰ ਦਾ ਸਿਮਰਨ ਹੀ ਉਸ ਨੂੰ ਰੱਜ ਦਿੰਦਾ ਹੈ। ਉਸ ਨੂੰ ਇਸ ਪ੍ਰਕਾਰ ਭੁੱਖ ਨਹੀਂ ਲੱਗਦੀ, ਪਾਉਣਹਾਰੀ ਹੋਇਆ ਹੈ। ਇੱਕ ਸਵਾਸ ਲੀਨੇ ਇੱਕ ਵਾਰੀ ਇੱਕ ਵਾਰ ਭਗਤ ਧਰੂ ਜੀਆਂ ਨੇ ਆਪਣੇ ਸਾਰੇ ਹੀ ਸਵਾਸ ਜਿੱਤ ਲਏ ਨੇ ਇੱਕ ਜਨ ਪਰ ਹਵੇ ਕਰ ਠੰਡ ਤੇ ਇੱਕੋ ਪੈਰ ਦੇ ਉੱਪਰ ਖੜਾ ਹੋ ਕਰਕੇ ਕਸ਼ਟ ਯੋਗ ਸਾਧਦਾ ਹੈ। ਆਇਓ ਬਿਟ ਕੋ ਨਿਆਈ ਅਤਕਾਟੋ ਜਿਵੇਂ ਸਥਿਰ ਰੁੱਖ ਖੜਾ ਰਹਿੰਦਾ ਹੈ, ਹਿਲਦਾ ਨਹੀਂ, ਇਸ ਪ੍ਰਕਾਰ ਭਗਤ ਧਰੂ ਜੀ ਖੜਦੇ ਨੇ। ਸਭ ਨਸਤੇ ਮਨ ਰੋਕਣ ਕੀਨਾ ਸਾਰੀਆਂ ਦਿਸ਼ਾ ਤੋਂ ਸਾਰਿਆਂ ਵਿਕਾਰਾਂ ਮਨ ਦੇ ਪੁਰਣਿਆਂ ਤੋਂ ਮਨ ਨੂੰ ਰੋਕਿਆ ਹੈ। ਕਰਤਾ
ਅਵਤਾਰ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਵਿੱਚ ਭੇਜਿਆ ਹੈ। ਜੋ ਮਹਤਾਤਿਕ ਬਹੁਤ ਪ੍ਰਧਾਨ ਇਸ ਪ੍ਰਕਾਰ ਜੋ ਪਰਮੇਸ਼ਰ ਸਾਰੀ ਪ੍ਰਵਿਰਤੀ ਕਰਦੀ ਸੰਸਾਰ ਦਾ ਮਾਲਕ ਹੈ। ਸਭ ਕੋ ਹੈ ਅਰਧਾਰ ਭਗਵਾਨ ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਆਸਰਾ ਸੰਸਾਰ ਦਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਤੇ ਭਗਤ ਧਰੁਵ ਜੀ ਉਸ ਪਰਮੇਸ਼ਰ ਦੀ ਪੂਜਾ ਕਰਦੇ ਨੇ। ਦੇਖੋ ਧਿਆਨ ਬਡੋਲ ਸੋ ਧਰਕੈ ਐਸੇ ਪਰਮੇਸ਼ਰ ਦਾ ਧਿਆਨ ਅਡੋਲ ਹੋ ਕੇ ਭਗਤ ਜੀ ਰੱਖਦੇ ਨੇ। ਇਹ ਉਠਾਨ ਔਰ ਦ੍ਰਿੜਤਾ ਕਰਕੇ ਬੜੇ ਦ੍ਰਿੜ ਸੁਭਾਅ ਦੇ ਨਾਲ ਖੜੇ ਹੋਏ ਨੇ। ਲੋਕ ਸਵਾਸ ਜਬ ਕੀਏ ਅਸਤਰਨੀ ਇਸ ਪ੍ਰਕਾਰ ਜਦੋਂ ਭਗਤ ਧਰੁਵ ਜੀਆਂ ਨੂੰ ਐਸੀ ਅਵਸਥਾ ਪ੍ਰਾਪਤ ਹੋਈ ਹੈ ਆਪਣੇ ਸਵਾਸ ਵੀ ਰੋਕੇ ਨੇ ਜਗਮਗ ਡੋਲ ਗਈ ਸਭ ਧਰਨੀ ਤੇ ਸਾਰੀ ਧਰਤੀ ਦੇ ਉੱਪਰ ਭੁਚਾਲ ਆਇਆ ਹੈ ਜਦੋਂ ਭਗਤ ਧਰੁਵ ਜੀਆਂ ਦਾ ਕਠਨ ਤਪ ਸ਼ੁਰੂ ਹੋਇਆ ਹੈ। ਸਭਕੇ ਸਵਾਸ ਰੁਕੇ ਤਹਿ ਕਾਲਾ ਜਦੋਂ ਸਾਰੇ ਦੇਵੀ ਦੇਵਤਿਆਂ ਦੇ ਇਸ ਪ੍ਰਕਾਰ ਸਵਾਸ ਰੁਕਣੇ ਸ਼ੁਰੂ ਹੋਏ ਨੇ ਜਗ ਮੈਂ ਘਰ ਘਰ ਪਰਿਓ ਵਿਸਾਲਾ ਤੇ ਸਾਰੇ ਸੰਸਾਰ ਦੇ ਵਿੱਚ ਇਸ ਪ੍ਰਕਾਰ ਘਬਰਾਹਟ ਦਾ ਮਾਹੌਲ ਬਣਿਆ ਹੈ। ਦਰਸ਼ਨ ਅਮਰ ਗਏ ਹਰ ਸਰਨਾ ਤੇ ਸਾਰੇ ਦੇਵੀ ਦੇਵਤੇ ਇਕੱਠੇ ਹੋ ਕਰਕੇ ਜੋ ਹਰੀ ਇਸ ਪ੍ਰਕਾਰ ਵਿਸ਼ਨੂੰ ਭਗਵਾਨ ਹੈ ਉਸ ਕੋਲ ਗਏ ਨੇ। ਇੱਕ ਮਨ ਹਵੇ ਬਹੁਪਿਤ ਜਸ ਵਰਨਾ ਇਸ ਪ੍ਰਕਾਰ ਸਾਰਿਆਂ ਨੇ ਹੀ ਇਕੱਠੇ ਹੋ ਕਰਕੇ ਨਮਸਕਾਰ ਕੀਤੀ ਹੈ ਔਰ ਸਾਰਾ ਇਸ ਪ੍ਰਕਾਰ ਵਰਣਨ ਕੀਤਾ ਹੈ ਮਾਹੌਲ। ਈਸ਼ਵਰ ਕਿਉ ਰੁਕ ਕੇ ਸਵਾਸਾ हे ਈਸ਼ਵਰ ਭਗਵਾਨ ਇਹ ਸਵਾਸ ਕਿਉਂ ਰੁਕ ਰਹੇ ਨੇ। ਜੋ ਜਗਤ ਦੀਜੇ ਸਿਮਰਾਸਾ ਸਾਰਾ ਸੰਸਾਰ ਸਾਰੇ ਜੀਵ ਦੁਖੀ ਹੋ ਰਹੇ ਨੇ ਆਪ ਜੀ ਸੁਖ ਬਖਸ਼ੋ। ਸ੍ਰੀ ਭਗਵੰਤ ਕਹੀ ਤਬ ਬਾਨੀ ਇਸ ਪ੍ਰਕਾਰ ਸਾਰੇ ਦੇਵੀ ਦੇਵਤਿਆਂ ਤਾਈਂ ਅਕਾਲ ਪੁਰਖ ਵਾਹਿਗੁਰੂ ਨੇ ਕਿਹਾ ਹੈ ਮਾਤ ਭੈ ਕਰ ਕੋ ਹੋਏ ਦੁਖਾਨੀ ਕਿ ਇਸ ਰੁਕ ਦੇ ਸਵਾਸਾਂ ਦਾ ਡਰ ਨਾ ਮੰਨੋ ਤੁਹਾਡੇ ਸਾਰੇ ਦੁੱਖ ਨਾਸ਼ ਹੋ ਰਹੇ ਨੇ। ਕਾਲ ਭਗਵਮ ਆਤ ਮਠ ਧਾਰੀ ਇੱਕ ਬਾਲਕ ਹੈ ਬੱਚਾ ਹੈ ਜੋ ਮੈਨੂੰ ਬੜਾ ਪ੍ਰੇਮ ਕਰਦਾ ਹੈ ਮੇਰਾ ਭਗਤ ਹੈ ਉਸਨੇ ਬੜਾ ਜਪ ਤਪ ਹੱਠ ਧਾਰਿਆ ਹੈ। ਕੀਨ ਦੁਰਾਸਦ ਤਾਪ ਜਹ ਭਾਰੀ ਬੜਾ ਭਾਰੀ ਤਪ ਸਾਧਨਾ ਕੀਤਾ ਹੈ। ਅਬ ਮੈਂ ਜਾਉ ਤਾਹੇ ਕੇ ਪਾਸਾ ਹੁਣ ਮੈਂ ਉਸ ਦੇ ਕੋਲ ਜਾਵਾਂਗਾ ਸਭ ਕੋ ਛੁਟੇ ਰੂਪਨ ਸਵਾਸਾ ਤੇ ਜਦੋਂ ਮੈਂ ਜਾ ਕੇ ਆਪਣੇ ਦਰਸ਼ਨ ਬਖਸ਼ਾਂਗਾ ਫੇਰ ਸਾਰਿਆਂ ਨੂੰ ਸੁਖ ਦਾ ਸਾਹ ਆਵੇਗਾ। ਸੋਨਹਿ ਬਾਣੀ ਅਮਰ ਵਧਾਰੇ ਇਸ ਪ੍ਰਕਾਰ ਸਾਰੇ ਪਰਮੇਸ਼ਰ ਦੇ ਬਚਨ ਸੁਣ ਕਰਕੇ ਦੇਵੀ ਦੇਵਤੇ ਵਾਪਸ ਆਏ ਨੇ। ਜਹ ਜਹ ਤਿਨਕੇ ਹੁਤੇ ਬਸਾਰੇ ਜਿਹੜੀਆਂ ਪੁਰੀਆਂ ਤੋਂ ਆਏ ਸੀ ਸਾਰੇ ਹੀ ਵਾਪਸ ਮੁੜੇ ਨੇ। ਸ੍ਰੀ ਭਗਵੰਤ ਚਲੇ ਵਰਗਾਰੀ ਸ਼੍ਰੀ ਭਗਵਾਨ ਵਿਸ਼ਨੂੰ ਜੀ ਗਰੁੜ ਪੰਛੀ ਦੀ ਸਵਾਰੀ ਕਰਦੇ ਨੇ ਸਵਾਰ ਹੋਏ ਨੇ। ਆਏ ਜਹਾਂ ਕਰੇ ਤਬ ਭਾਰੀ ਜਿੱਥੇ ਭਗਤ ਧਰੁਵ ਜੀ ਇਸ ਪ੍ਰਕਾਰ ਸਿਮਰਨ ਕਰਦੇ ਸਨ ਉੱਥੇ ਪਹੁੰਚੇ ਨੇ। ਮਨ ਇੰਦਰੀ ਕਰ ਅਚਲ ਸਮਾਧੀ ਤੇ ਭਗਤ ਧਰੁਵ ਜੀ ਮਨ ਚਿਤ ਬਿਰਤੀਆਂ ਰੋਕ ਕਰਕੇ ਸਿਮਰਨ ਕਰਦੇ ਨੇ। ਕੇਵਲ ਕੇਸਵ ਚਰਨ ਅਰਾਧੀ ਕੇਵਲ ਕੇਸਾਧਾਰੀ ਅਕਾਲ ਪੁਰਖ ਵਾਹਿਗੁਰੂ ਦੀ ਚਰਨਾਂ ਦੀ ਆਰਾਧਨਾ ਕਰਦੇ ਨੇ। ਸਰੂਪ ਬਸਾਏ ਅਨੂਪਾ ਇਸ ਪ੍ਰਕਾਰ ਜਿਸ ਪਰਮੇਸ਼ਰ ਦਾ ਸਰੂਪ ਭਗਤ ਧਰੁਵ ਜੀਆਂ ਨੇ ਆਪਣੇ ਹਿਰਦੇ ਅੰਦਰ ਵਸਾ ਕਰਕੇ ਸਿਮਰਨ ਵਿੱਚ ਲੱਗੇ ਨੇ। ਨਹੀਂ ਬਹਿਰ ਕੋ ਪਿਖੈ ਸਰੂਪਾ ਇਸ ਪ੍ਰਕਾਰ ਬਾਹਰ ਵੀ ਉਹ ਸਰੂਪ ਆ ਕਰਕੇ ਖੜਾ ਹੋਇਆ ਉਹ ਪਰਮੇਸ਼ਰ ਭਗਤ ਧਰੁਵ ਜੀਆਂ ਦੇ ਸਾਹਮਣੇ ਖੜਾ ਹੈ। ਜਪ ਸ੍ਰੀ ਹਰਿ ਕੀਏ ਅੰਤਰ ਧਿਆਨੇ ਤੇ ਪਰ ਭਗਤ ਧਰੁਵ ਜੀ ਅੱਖਾਂ ਨਹੀਂ ਖੋਲ੍ਹਦੇ ਅੰਦਰ ਹੀ ਪਰਮੇਸ਼ਰ ਦੇ ਸਰੂਪ ਦਾ ਰਸ ਲੈਂਦੇ ਨੇ ਆਨੰਦ ਮਾਣਦੇ ਤੇ ਜਦੋਂ ਪਰਮੇਸ਼ਰ ਨੇ ਜਾਣਿਆ ਹੈ ਕਿ ਭਗਤ ਧਰੁਵ ਜੀ ਅੰਤਰ ਧਿਆਨ ਹੋ ਕਰਕੇ ਮੇਰਾ ਆਨੰਦ ਮਾਣਦੇ ਨੇ ਮੇਰੇ ਦਰਸ਼ਨ ਕਰਦੇ ਨੇ ਬਾਹਰ ਕੌਣ ਖੜਾ ਹੈ ਇਹ ਵੇਖਦੇ ਨੇ। ਜਦੋਂ ਐਸਾ ਸੋਚਿਆ ਹੈ ਇਸ ਪ੍ਰਕਾਰ ਫਿਰ ਪਰਮੇਸ਼ਰ ਨੇ ਜਿਹੜਾ ਅੰਤਰ ਧਿਆਨ ਉਹ ਨਾਸ਼ ਕੀਤਾ ਹੈ ਭਗਤ ਧਰੁਵ ਜੀਆਂ ਦਾ ਜਦੋਂ ਇਸ ਪ੍ਰਕਾਰ ਅੰਦਰਲਾ ਧਿਆਨ ਟੁੱਟਿਆ ਹੈ ਤੇ ਅੱਖਾਂ ਖੋਲੀਆਂ ਨੇ। ਜਿਸ ਸਰੂਪ ਨੂੰ ਅੰਤਰ ਧਿਆਨ ਹੋ ਕਰਕੇ ਵੇਖਦੇ ਸਨ ਉਹ ਸਾਹਮਣੇ ਜਦੋਂ ਨਜ਼ਰ ਆਇਆ ਤੇ ਭਗਤ ਧਰੁਵ
ਜੀਆਂ ਨੇ ਡੰਡਾਉਤ ਨਮਸਕਾਰ ਕੀਤੀ ਹੈ। ਪੁਨ ਲੋਚਨ ਪਰ ਰੂਪ ਨਿਹਾਰਾ ਤੇ ਪਰਮੇਸ਼ਰ ਦੇ ਦਰਸ਼ਨ ਕਰਕੇ ਬੈਰਾਗ ਜਾਗਿਆ ਹੈ, ਅੱਖਾਂ 'ਚੋਂ ਹੰਝੂ ਡਿੱਗੇ ਨੇ। ਲਿੰਗਨ ਸ੍ਰੀ ਕਰਤਾਰਾ ਛੋਟਾ ਬਾਲਕ ਹੈ, ਮੁਖ ਤੋਂ ਕੁਝ ਬੋਲ ਨਾ ਸਕਿਆ, ਬਸ ਆਪਣੇ ਕਲਾਵੇ ਵਿੱਚ ਪਰਮੇਸ਼ਰ ਨੂੰ ਜੱਫੀ ਪਾਈ ਹੈ ਦੋਨੋਂ ਹੱਥਾਂ ਨਾਲ। ਮੱਤ ਥੋੜੀ ਹੈ, ਹਲੇ ਬਾਲਕ ਹੈ, ਇਸ ਲਈ ਕੋਈ ਵਡਿਆਈ ਦੇ ਵਚਨ ਕਹਿ ਨਾ ਸਕਿਆ। ਪਰ ਇੱਛਾ ਅੰਦਰ ਬਹੁਤ ਹੈ ਕਿ ਪਰਮੇਸ਼ਰ ਦੇ ਨਾਲ ਵਚਨ ਵਿਲਾਸ ਕਰਾਂ, ਵਡਿਆਈ ਕਰਾਂ। ਜਦੋਂ ਪਰਮੇਸ਼ਰ ਨੇ ਭਗਤ ਧਰੂ ਜੀਆਂ ਦੀ ਅੰਦਰਲੀ ਅਵਸਥਾ ਜਾਣੀ ਹੈ ਤੇ ਆਪਣੇ ਹੱਥਾਂ ਦਾ ਸੰਖ ਭਗਤ ਧਰੂ ਜੀ ਦੇ ਮੁਖ ਨੂੰ ਲਾਇਆ ਹੈ ਤੇ ਫਲ ਦੇ ਵਿੱਚ ਹੀ ਜਿਹੜੀ ਵਡੇਰੀ ਮੱਤ ਹੈ ਨਾ, ਭਗਤ ਧਰੂ ਜੀ ਭਾਵੇਂ ਬਾਲਕ ਨੇ ਪਰ ਵਡੇਰੀ ਮੱਤ ਫਲ ਦੇ ਵਿੱਚ ਹੀ ਪੈਦਾ ਹੋ ਗਈ ਹੈ। ਤੇ ਭਗਤ ਧਰੂ ਜੀ ਜਾਣ ਗਏ ਨੇ ਈਸ਼ਵਰ ਕੌਣ ਹੈ, ਜੀਵ ਕੀ ਹੈ। ਤੇ ਭਗਤ ਧਰੂ ਜੀ ਹੱਥ ਜੋੜ ਕਰਕੇ ਵਡਿਆਈ ਕਰਨ ਲੱਗੇ ਨੇ। ਤੇ ਇਸ ਪ੍ਰਕਾਰ ਪ੍ਰੇਮਾ ਭਗਤੀ ਵਿੱਚ ਭਗਤ ਧਰੂ ਜੀ ਭਿੱਜੇ ਨੇ। ਦੋਨੋਂ ਹੱਥ ਜੋੜ ਕਰਕੇ ਭਗਤ ਧਰੂ ਜੀਆਂ ਨੇ ਨਮਸਕਾਰ ਕੀਤੀ ਹੈ। ਇਹ ਅਕਾਲ ਪੁਰਖ ਵਾਹਿਗੁਰੂ ਤੂੰ ਧੰਨ, ਤੇਰੇ ਦਰਸ਼ਨਾਂ ਲਈ, ਤੇਰੀ ਪੂਜਾ ਲਈ, ਤੇਰੇ ਸਿਮਰਨ ਲਈ ਜੰਗਲ ਵਿੱਚ ਆਇਆ ਸੀ। ਤੇਰੇ ਦਰਸ਼ਨ ਜਦੋਂ ਸਨਮੁਖ ਹੋਏ ਨੇ ਨਾ, ਜਦੋਂ ਤੇਰੇ ਪ੍ਰਤੱਖ ਦਰਸ਼ਨ ਹੋਏ ਨੇ ਤੇ ਮੈਂ ਮੁਖ ਤੋਂ ਕੁਝ ਬੋਲ ਨਹੀਂ ਸਕਿਆ, ਪਰ ਮੇਰੇ ਹਿਰਦੇ ਅੰਦਰ ਬੜੀ ਇੱਛਾ ਸੀ ਕਿ ਮੁਖ ਤੋਂ ਬੋਲਾਂ, ਵਚਨ ਵਿਲਾਸ ਕਰਾਂ, ਤੇਰੀਆਂ ਵਡਿਆਈਆਂ ਕਰਾਂ। ਪਰ ਮਹਾਰਾਜ ਮੈਨੂੰ ਇੰਨੀ ਮੱਤ ਨਹੀਂ ਸੀ। ਪਰ ਜਦੋਂ ਤੁਸੀਂ ਆਪਣੇ ਹੱਥਾਂ ਦੇ ਨਾਲ ਸੰਖ ਮੇਰੇ ਮੂੰਹ ਨੂੰ ਛੁਹਾਇਆ ਹੈ, ਮੇਰੇ ਅੰਦਰ ਐਸੀ ਮੱਤ ਪੈਦਾ ਹੋਈ ਹੈ ਕਿ ਮੈਂ ਸਾਰੀ ਉਮਰ ਤੇਰੀਆਂ ਵਡਿਆਈਆਂ ਵਿੱਚ ਬਤੀਤ ਕਰ ਸਕਦਾ ਹਾਂ। ਇੱਥੋਂ ਤੱਕ ਸੰਗਤ ਜੀ ਅੱਜ ਦੀ ਕਥਾ ਵਿਚਾਰ ਆਈ ਹੈ। ਕਿਸ ਪ੍ਰਕਾਰ ਭਗਤ ਧਰੂ ਜੀ ਕੱਲ ਦੀਆਂ ਦੀਵਾਨਾਂ ਵਿੱਚ ਪਰਮੇਸ਼ਰ ਦੀ ਵਡਿਆਈ ਕਰਨਗੇ ਤੇ ਅਕਾਲ ਪੁਰਖ ਵਾਹਿਗੁਰੂ ਕਿਸ ਪ੍ਰਕਾਰ ਭਗਤ ਧਰੂ ਜੀਆਂ ਨੂੰ ਰਾਜ ਭਾਗ ਬਖਸ਼ਣਗੇ। ਜੰਗਲਾਂ ਚੋਂ ਵਾਪਸ ਜਾ ਕਰਕੇ ਭਗਤ ਧਰੂ ਜੀ ਕਿਵੇਂ ਰਾਜ ਗੱਦੀ ਤੇ ਬੈਠਣਗੇ, ਆਉਣ ਵਾਲੇ ਇਤਿਹਾਸ ਵਿੱਚ ਸ਼ਰਵਣ ਕਰਾਂਗੇ। ਹਰ ਰੋਜ਼ ਸਮੇਂ ਸਿਰ ਹਾਜ਼ਰੀਆਂ ਭਰ ਕੇ ਗੁਰ ਇਤਿਹਾਸ ਦਾ ਲਾਹਾ ਲੈਣਾ, ਤਾਂ ਜੋ ਸਾਡੇ ਹਿਰਦੇ ਅੰਦਰ ਵੀ ਐਸੇ ਪਰਮੇਸ਼ਰ ਉੱਪਰ ਪੂਰਨ ਭਰੋਸਾ ਬਚੇ, ਐਸੇ ਪਰਮੇਸ਼ਰ ਦਾ ਸਿਮਰਨ ਕਰਨ ਸਾਡਾ ਵੀ ਮਨ ਕਰੇ, ਜਿਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਦੁਨਿਆਵੀ ਲੋਕ ਔਰ ਪਰਲੋਕ ਦੇ ਸੁੱਖ ਪ੍ਰਾਪਤ ਹੁੰਦੇ ਨੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਦਾ ਇਤਿਹਾਸ, ਗੁਰੂ ਦਾ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣਾ ਜੀ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਬਰ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਨਾਲ ਜੁੜੀਏ, ਸਮਾਪਤੀ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਸੀਆਂ ਬਾਧਾਈਆਂ। ਰਾਗ ਰਤਨ ਪਰਵਾਰ ਭਰਿਆ ਸ਼ਬਦ ਗਾਵਣ ਆਇਆ, ਸ਼ਬਦ ਦਾ ਗਾਵਹੁ ਹਰਿ ਕੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ, ਹਰਿ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ।
ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੁ ਜਿਸ ਦੀਆਂ ਇਹ ਵਡਿਆਈਆਂ ਕਾਹੈ ਨਾਨਕ ਸੁਨਹੁ ਸੰਤ ਹੋ ਸਬਦ ਕਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਜਿਤ ਜਤ ਘਰ ਸੁਖਾ ਕੈ ਘਰ ਸੁਖਾ ਕੈ ਸਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਧ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਾਹੈ ਨਾਨਕ ਤੈ ਸੁਖੋ ਤਿਤ ਕਰ ਅਨਹਦ ਵਾਜੇ ਆਨੰਦ ਸਮਹ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸਪੂਰੇ ਦੁਖ ਰੋਗ ਸੰਤਾਪ ਤਾਪ ਉਤਰੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਾਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਪੂਰੇ ਸਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਦੂਰ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਧਿਆਇਆ ਗਏ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਤੇ ਆਇਆ ਗਏ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ